ਸਤਿ ਸ਼੍ਰੀ ਅਕਾਲ ਜੀ। ਕਿਤਾਬ ਬੂਹੇ ਬਾਰੀਆਂ, ਲੇਖਕ ਨਰਿੰਦਰ ਸਿੰਘ ਕਪੂਰ। ਦੋਸਤੋ, ਆਪਾਂ ਲੇਖ ਜਾਂ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੇ ਮੁੱਢਲੇ ਸ਼ਬਦ ਬਾਰੇ ਵੀ ਜਾਣ ਲੈਂਦੇ ਹਾਂ, ਪੜ੍ਹ ਲੈਂਦੇ ਹਾਂ, ਤਾਂ ਜੋ ਪਤਾ ਚੱਲ ਸਕੇ ਕਿ ਇਹ ਕਿਤਾਬ ਕਿਉਂ ਲਿਖੀ ਗਈ। ਦੋਸਤੋ, ਮੁੱਢਲੇ ਸ਼ਬਦਾਂ ਵਿੱਚ ਵੀ ਬਹੁਤ ਸੋਹਣੀਆਂ ਗੱਲਾਂ ਲਿਖੀਆਂ ਗਈਆਂ ਹਨ, ਜਿਨ੍ਹਾਂ ਨੂੰ ਤੁਹਾਨੂੰ ਜ਼ਰੂਰ ਪੜ੍ਹਨਾ ਜਾਂ ਸੁਣਨਾ ਚਾਹੀਦਾ ਹੈ। ਸੋ ਇਸ ਲਈ ਪਹਿਲਾਂ ਆਪਾਂ ਮੁੱਢਲੇ ਸ਼ਬਦ ਦੇਖ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਇਸ ਦਾ ਪਹਿਲਾ ਟੌਪਿਕ ਜਾਂ ਲੇਖ ਸ਼ੁਰੂ ਕਰਾਂਗੇ। ਹੁਣ ਸ਼ੁਰੂ ਕਰਦੇ ਹਾਂ। ਇਸ ਪੁਸਤਕ ਵਿਚਲੇ ਲੇਖਾਂ ਦਾ ਉਦੇਸ਼ ਉਸ ਮਨੁੱਖ ਦੀ ਉਸਾਰੀ ਕਰਨਾ ਹੈ ਜਿਸ ਦੀਆਂ ਬਾਹਾਂ ਵਿੱਚ ਸਾਰਾ ਸੰਸਾਰ ਆ ਸਕੇ, ਜਿਸ ਦੇ ਇਰਾਦੇ ਉੱਚੇ, ਕਰਤੱਵ ਸੁੱਚੇ, ਤੱਕਣੀ ਵਿਸ਼ਾਲ ਅਤੇ ਸੋਚਾਂ ਡੂੰਘੀਆਂ ਹੋਣ, ਜਿਹੜਾ ਰਾਹ ਵਿੱਚ ਰੱਬ ਦੇ ਅਚਾਨਕ ਮਿਲ ਪੈਣ ਉੱਤੇ ਉਸ ਨਾਲ ਮੁਸਕਰਾ ਕੇ ਹੱਥ ਮਿਲਾ ਸਕੇ, ਜਿਸ ਦੀਆਂ ਅੱਖਾਂ ਵਿੱਚ ਨਵੇਂ ਗਿਆਨ ਦੇ ਸੁਰਮੇ ਦੀ ਚਮਕ ਹੋਵੇ, ਜਿਸ ਦੇ ਦਿਲ ਦਿਮਾਗ ਦੇ ਬੂਹੇ ਬਾਰੀਆਂ ਖੁੱਲ੍ਹੇ ਹੋਣ, ਜਿਸ ਦੇ ਪੈਰ ਧਰਤੀ 'ਤੇ ਹੋਣ ਪਰ ਸਿਰ ਤਾਰਿਆਂ ਵਿੱਚ ਹੋਵੇ, ਜਿਹੜਾ ਜੰਗ ਦੇ ਮੈਦਾਨ ਵਿੱਚ ਵੀ ਆਪਣੀ ਤਲਵਾਰ ਨਿਹੱਥੇ ਵਿਰੋਧੀ ਨੂੰ ਤੋਹਫੇ ਵਜੋਂ ਦੇ ਸਕੇ, ਜਿਸ ਵਿੱਚ ਦੂਜਿਆਂ ਦੇ ਵਿਚਾਰਾਂ ਨਾਲ ਸਹਿਮਤ ਹੋਣ ਦੀ ਦਲੇਰੀ ਅਤੇ ਅਸਹਿਮਤ ਹੋਣ ਦਾ ਸਲੀਕਾ ਹੋਵੇ। ਉਮਰ ਕੋਈ ਹੋਵੇ, ਆਪਣੇ ਆਪ ਨੂੰ ਚੱਲਦਾ ਰੱਖਣ ਅਤੇ ਹੋਰਾਂ ਨੂੰ ਚੱਲਦੇ ਰਹਿਣ ਦੀ ਪ੍ਰੇਰਨਾ ਦੇਣ ਦੀ ਲੋੜ ਹੈ। ਐਵੇਂ ਝੂਰਨ ਅਤੇ ਕਿਸੇ ਨੂੰ ਘੂਰਨ ਦੀ ਲੋੜ ਨਹੀਂ। ਝੂਰਨਾ, ਘੂਰਨਾ, ਪਛਤਾਉਣਾ ਅਤੇ ਡਰਨਾ ਉੱਚਾ ਚੁੱਕਣ ਵਾਲੇ ਅਨੁਭਵ ਨਹੀਂ, ਕਿਉਂਕਿ ਇਹਨਾਂ ਵਿੱਚੋਂ ਜ਼ਿੰਦਗੀ ਦਾ ਉਤਸ਼ਾਹ ਗਾਇਬ ਹੁੰਦਾ ਹੈ। ਚਿੰਤਾ ਅਤੇ ਗਿਲੇ ਸ਼ਿਕਵੇ ਕਿਸੇ ਵੀ ਮੁਸ਼ਕਲ ਜਾਂ ਮੁਸੀਬਤ ਦਾ ਹੱਲ ਨਹੀਂ ਹੁੰਦੇ। ਸੰਤਾਪਾਂ ਅਤੇ ਸੰਕਟਾਂ, ਮੁਸ਼ਕਲਾਂ ਅਤੇ ਮੁਸੀਬਤਾਂ ਦੇ ਅਜੋਕੇ ਯੁੱਗ ਵਿੱਚ ਪਹਿਲੇ ਕਿਸੇ ਵੀ ਸਮੇਂ ਦੇ ਮੁਕਾਬਲੇ ਉਹਨਾਂ ਮਨੁੱਖਾਂ ਦੀ ਵਧੇਰੇ ਲੋੜ ਹੈ ਜਿਹੜੇ ਅੰਦਰੋਂ ਭਰੇ ਹੋਏ ਹੋਣ, ਕਿਉਂਕਿ ਇਹੀ ਮਨੁੱਖ ਸਾਨੂੰ ਨਿੱਜ ਤੋਂ ਉੱਚੇ ਹੋ ਕੇ ਦੂਰ ਦੁਮੇਲਾਂ ਵੱਲ ਵੇਖਣ ਦਾ ਹੁਨਰ ਸਿਖਾ ਸਕਦੇ ਹਨ। ਸੋ ਇਹ ਪੁਸਤਕ ਤੁਹਾਨੂੰ ਸਮਰਪਿਤ ਹੈ, ਕਿਉਂਕਿ ਤੁਹਾਡੇ ਵਿੱਚ ਅਜਿਹੇ ਮਨੁੱਖ ਬਣਨ ਦੀਆਂ ਸੰਭਾਵਨਾਵਾਂ ਹਨ। ਸੋ ਦੋਸਤੋ, ਇਹਦੇ ਨਾਲ ਹੀ ਮੁੱਢਲੇ ਸ਼ਬਦ ਖਤਮ ਹੁੰਦੇ ਨੇ। ਤਾਂ ਹੁਣ ਆਪਾਂ ਇਸ ਦਾ ਪਹਿਲਾ ਲੇਖ ਜਾਂ ਟੌਪਿਕ, ਕਵੀ ਅਤੇ ਕਵਿਤਾ ਸ਼ੁਰੂ ਕਰਦੇ ਹਾਂ। ਕਿਸੇ ਨੇ ਚਿੰਤਾ ਪ੍ਰਗਟਾਉਂਦੇ ਹੋਏ ਇੱਕ ਫਿਲਾਸਫਰ ਨੂੰ ਦੱਸਿਆ, ਸਾਡੇ ਦੇਸ਼ ਦੀ ਧਰਤੀ ਬੰਜਰ ਹੋ ਗਈ ਹੈ। ਉੱਤਰ ਮਿਲਿਆ, ਘਬਰਾਉਣ ਦੀ ਕੋਈ ਲੋੜ ਨਹੀਂ, ਮਿਹਨਤ ਨਾਲ ਫੇਰ ਉਪਜਾਊ ਹੋ ਜਾਵੇਗੀ। ਹੋਰ ਚਿੰਤਾ ਪ੍ਰਗਟ ਕਰਦਿਆਂ ਉਸ ਫੇਰ ਕਿਹਾ, ਸਾਡੇ ਦੇਸ਼ ਵਿੱਚ ਇਸਤਰੀਆਂ ਬਾਂਝ ਹੋ ਗਈਆਂ ਹਨ। ਫਿਲਾਸਫਰ ਨੇ ਕਿਹਾ, ਉਹਨਾਂ ਦਾ ਤੁਸੀਂ ਸਤਿਕਾਰ ਨਹੀਂ ਕੀਤਾ, ਇਸ ਲਈ ਉਹਨਾਂ ਦੀ ਕੁੱਖ ਰੁੱਸ ਗਈ ਹੈ। ਉਹਨਾਂ ਨਾਲ ਸਤਿਕਾਰ ਨਾਲ ਪੇਸ਼ ਆਵੋ, ਤੁਹਾਡੇ ਵਿਹੜੇ ਵਿੱਚ ਬਾਲਾਂ ਦਾ ਮੇਲਾ ਲੱਗ ਜਾਵੇਗਾ। ਚਿੰਤਾ ਵੱਧਦੀ ਗਈ ਅਤੇ ਉਸਨੇ ਬੜੇ ਦਰਦ ਨਾਲ ਕਿਹਾ, ਸਾਡੇ ਦੇਸ਼ ਵਿੱਚ ਕਵਿਤਾ ਪੈਦਾ ਹੋਣੋਂ ਰੁਕ ਗਈ ਹੈ। ਅੱਗੋਂ ਉੱਤਰ ਮਿਲਿਆ, ਹੁਣ ਤੁਹਾਡਾ ਦੇਸ਼ ਜ਼ਰੂਰ ਗਰਕ ਜਾਵੇਗਾ। ਹੁਣ ਤੁਹਾਡੀਆਂ ਇਸਤਰੀਆਂ ਦੀ ਗੋਦ ਕਦੇ ਹਰੀ ਨਹੀਂ ਹੋਵੇਗੀ। ਹੁਣ ਤੁਹਾਡੇ ਖੇਤਾਂ ਵਿੱਚ ਕਦੀ ਹਰਿਆਵਲ ਨਹੀਂ ਦਿਸੇਗੀ। ਦੂਜੇ ਵਿਸ਼ਵ ਯੁੱਧ ਦੌਰਾਨ ਜਰਮਨਾਂ ਨੇ ਜਦੋਂ ਪੈਰਿਸ ਉੱਤੇ ਕਬਜ਼ਾ ਕਰ ਲਿਆ ਅਤੇ ਤੀਜੇ ਦਿਨ ਉਹਨਾਂ ਨੇ ਪੈਰਿਸ ਨੂੰ ਮਲੀਆ ਮੇਟ ਕਰਨ ਦਾ ਫੈਸਲਾ ਕੀਤਾ, ਤਾਂ ਕਿਆਮਤ ਦੀ ਸਵੇਰ ਤੋਂ ਪਹਿਲੀ ਰਾਤ ਪੈਰਿਸ ਦਾ ਇੱਕ ਕਵੀ ਜਰਮਨ ਜਰਨੈਲ ਨੂੰ ਮਿਲਿਆ ਅਤੇ ਪੈਰਿਸ ਬਾਰੇ ਆਪਣੀ ਲਿਖੀ ਇੱਕ ਕਵਿਤਾ ਸੁਣਾਉਣ ਉਪਰੰਤ ਬੋਲਿਆ, ਤੁਸੀਂ ਪੈਰਿਸ ਨੂੰ ਤਬਾਹ ਨਾ ਕਰੋ। ਇਹ ਕਵਿਤਾ ਵਰਗਾ ਇੱਕ ਸੋਹਣਾ ਸ਼ਹਿਰ ਹੈ। ਇਹ ਸਿੱਪ ਦਾ ਮੋਤੀ ਹੈ। ਤੁਸੀਂ ਜਦੋਂ ਵੀ ਕਦੀ ਪੈਰਿਸ ਆਵੋਗੇ ਤਾਂ ਤੁਹਾਨੂੰ ਇਸ ਗੱਲ ਦਾ ਮਾਣ ਹੋਵੇਗਾ ਕਿ ਪੈਰਿਸ ਨੂੰ ਬਚਾਉਣ ਵਾਲੇ ਤੁਸੀਂ ਹੋ। ਕਹਿੰਦੇ ਹਨ, ਉਸ ਕਵੀ ਨੇ ਆਪਣੀ ਕਵਿਤਾ ਨਾਲ ਪੈਰਿਸ ਬਚਾ ਲਿਆ ਸੀ। ਸਦੀਆਂ ਪਹਿਲਾਂ ਯੂਨਾਨ ਉੱਤੇ ਜਦੋਂ ਤੁਰਕਾਂ ਨੇ ਹਮਲਾ ਕਰਕੇ ਬਹੁਤ ਸਾਰੇ ਯੂਨਾਨੀਆਂ ਨੂੰ ਕੈਦੀ ਬਣਾ ਲਿਆ, ਤਾਂ ਯੂਨਾਨੀਆਂ ਦਾ ਮਖੌਲ ਉਡਾਉਣ ਲਈ ਜਦੋਂ ਬੰਦੀ ਬਣਾਏ ਕੈਦੀਆਂ ਨੂੰ ਤੁਰਕਾਂ ਨੇ ਕੁਝ ਸੁਣਾਉਣ ਲਈ ਕਿਹਾ, ਤਾਂ ਉਹਨਾਂ ਵਿਚਲੇ ਇੱਕ ਕਵੀ ਦੀ ਕਵਿਤਾ ਸੁਣ ਕੇ ਇੱਕ ਤੁਰਕ ਨੇ ਕਿਹਾ, ਤੁਸੀਂ ਇਤਨੀ ਚੰਗੀ ਕਵਿਤਾ ਲਿਖਦੇ ਹੋ, ਫਿਰ ਤੁਸੀਂ ਹਾਰ ਕਿਵੇਂ ਗਏ? ਉੱਤਰ ਮਿਲਿਆ, ਸਾਡੀ ਕਵਿਤਾ ਉਚਾਈਆਂ ਵੱਲ ਵਧਣ ਦੀ ਥਾਂ ਢਲਾਣਾਂ ਵੱਲ ਤਿਲਕਣ ਲੱਗ ਪਈ ਹੈ, ਜਿਸ ਕਾਰਨ ਅਸੀਂ ਹਾਰ ਗਏ ਹਾਂ। ਇੱਕ ਬਾਦਸ਼ਾਹ ਦੇ ਪ੍ਰਧਾਨ ਮੰਤਰੀ ਨੇ ਰਾਜ ਕਵੀ ਦੀ ਮੌਤ ਉਪਰੰਤ ਸਾੜੇ ਕਾਰਨ ਰਾਜ ਕਵੀ ਦੀ ਜੱਦੀ ਪਦਵੀ ਖਤਮ ਕਰ ਦਿੱਤੀ। ਰਾਜ ਕਵੀ ਦੇ ਪੁੱਤਰ ਨੇ ਬਾਦਸ਼ਾਹ ਅੱਗੇ ਬੇਨਤੀ ਕੀਤੀ
ਕਿ ਉਸ ਨੂੰ ਤਾਂ ਕਵਿਤਾ ਕਹਿਣ ਤੋਂ ਸਿਵਾਏ ਕੋਈ ਹੋਰ ਕੰਮ ਨਹੀਂ ਆਉਂਦਾ। ਜੇ ਉਸ ਨੂੰ ਰਾਜ ਕਵੀ ਨਹੀਂ ਬਣਾਇਆ ਜਾ ਸਕਦਾ ਤਾਂ ਉਸ ਨੂੰ ਕਿਸੇ ਛੋਟੇ-ਮੋਟੇ ਕੰਮ ਤੇ ਲਾ ਦਿੱਤਾ ਜਾਵੇ, ਮਿਹਰਬਾਨੀ ਹੋਵੇਗੀ। ਪ੍ਰਧਾਨ ਮੰਤਰੀ ਨੇ ਉਸ ਦੀ ਹੇਠੀ ਕਰਨ ਵਾਸਤੇ ਕਿਹਾ, ਸਾਡੇ ਕੋਲ ਅਸਤਬਲ ਵਿੱਚ ਘੋੜਿਆਂ ਦੀ ਲਿੱਦ ਚੁੱਕਣ ਦਾ ਕੰਮ ਹੈ, ਕਰੇਗਾ? ਰਾਜ ਕਵੀ ਦੇ ਪੁੱਤਰ ਨੇ ਜਦੋਂ ਉਹ ਕੰਮ ਵੀ ਸਵੀਕਾਰ ਕਰ ਲਿਆ ਤਾਂ ਬਾਦਸ਼ਾਹ ਨੇ ਪ੍ਰਧਾਨ ਮੰਤਰੀ ਨੂੰ ਕਿਹਾ, ਲੋਕ ਕੀ ਕਹਿਣਗੇ? ਇਤਨੀ ਚੰਗੀ ਕਵਿਤਾ ਲਿਖਣ ਵਾਲੇ ਨੂੰ ਅਸੀਂ ਲਿੱਦ ਚੁੱਕਣ ਦੇ ਕੰਮ ਲਾਇਆ ਹੋਇਆ ਹੈ। ਕਵੀ ਨੇ ਝੱਟ ਜਵਾਬ ਦਿੱਤਾ, ਨਹੀਂ ਮਹਾਰਾਜ, ਸਗੋਂ ਲੋਕ ਇਹ ਕਹਿਣਗੇ ਕਿ ਇਸ ਬਾਦਸ਼ਾਹ ਦੇ ਘੋੜਿਆਂ ਦੀ ਲਿੱਦ ਚੁੱਕਣ ਵਾਲਾ ਨੌਕਰ ਵੀ ਇਤਨੀ ਚੰਗੀ ਕਵਿਤਾ ਲਿਖ ਲੈਂਦਾ ਹੈ। ਉਸ ਦੇ ਜਵਾਬ ਤੋਂ ਖੁਸ਼ ਹੋ ਕੇ ਪ੍ਰਧਾਨ ਮੰਤਰੀ ਨੇ ਉਸ ਦੀ ਖਤਮ ਕੀਤੀ ਹੋਈ ਪਦਵੀ ਬਹਾਲ ਕਰ ਦਿੱਤੀ ਸੀ। ਕੁਝ ਸੂਰਤਾਂ ਕਵਿਤਾ ਵਰਗੀਆਂ ਹੁੰਦੀਆਂ ਹਨ, ਕਈ ਦਿਨ ਹੀ ਕਵਿਤਾ ਵਰਗੇ ਹੁੰਦੇ ਹਨ। ਜਵਾਨੀ ਕਵਿਤਾ ਵਾਲੀ ਉਮਰ ਹੁੰਦੀ ਹੈ। ਇੱਕ ਪਖੰਡੀ ਨੇ ਕਿਹਾ, ਮੈਨੂੰ ਵਿਸ਼ਾ ਦਿਓ, ਮੈਂ ਕਵਿਤਾ ਲਿਖਾਂ। ਉੱਤਰ ਮਿਲਿਆ, ਕਵਿਤਾ ਵਾਸਤੇ ਵਿਸ਼ਾ ਨਹੀਂ ਚਾਹੀਦਾ, ਦਿਲ ਚਾਹੀਦਾ ਹੈ। ਅਜੋਕੇ ਮਨੁੱਖ ਦਾ ਸਭ ਤੋਂ ਵੱਡਾ ਸੰਕਟ ਇਹ ਹੈ ਕਿ ਸਾਡੀ ਕਵਿਤਾ ਦੇ ਸਰੋਤ ਸੁੱਕ ਗਏ ਹਨ। ਕਵਿਤਾ ਨਾਲੋਂ ਸਾਡਾ ਨਾਤਾ ਟੁੱਟ ਗਿਆ ਹੈ, ਜਿਸ ਕਾਰਨ ਸਾਡਾ ਅਨੁਭਵ ਵੀ ਬਾਂਝ ਅਤੇ ਬੰਜਰ ਹੋ ਗਿਆ ਹੈ। ਲੰਮੀਆਂ ਬਹਿਸਾਂ ਰਾਹੀਂ ਅਸੀਂ ਆਪਣੀ ਅਗਿਆਨਤਾ ਦਾ ਆਦਾਨ ਪ੍ਰਦਾਨ ਕਰਨ ਲੱਗ ਪਏ ਹਾਂ, ਜਦੋਂ ਕਿ ਸਾਡੀ ਸਭ ਤੋਂ ਵੱਡੀ ਲੋੜ ਇਹ ਹੈ ਕਿ ਕੋਈ ਸਾਡੇ ਦਿਲ ਦੀ ਗੱਲ ਸੁਣੇ, ਕੋਈ ਆਪਣੇ ਦਿਲ ਦੀ ਗੱਲ ਸੁਣਾਵੇ, ਕੋਈ ਸਾਨੂੰ ਕਵਿਤਾ ਵਾਂਗ ਮਿਲੇ, ਕੋਈ ਕਵਿਤਾ ਵਾਂਗ ਸਾਡੇ ਦਿਲ ਵਿੱਚ ਆ ਵਸੇ। ਅਜੋਕੇ ਯੁੱਗ ਵਿੱਚ ਮਹਾਨ ਕਵਿਤਾ ਪੈਦਾ ਨਾ ਹੋਣ ਦਾ ਕਾਰਨ ਇਹ ਹੈ ਕਿ ਸਾਡਾ ਅਨੁਭਵ ਪੇਤਲਾ ਹੋ ਗਿਆ ਹੈ। ਅਸੀਂ ਚੌੜੀਆਂ ਸੜਕਾਂ ਜ਼ਰੂਰ ਬਣਾ ਲਈਆਂ ਹਨ, ਪਰ ਉਹਨਾਂ ਉੱਤੇ ਤੁਰਨ ਵਾਲੇ ਦੇਵ ਪੁਰਸ਼ ਅਸੀਂ ਕਿੱਥੋਂ ਲਿਆਵਾਂਗੇ? ਕਵੀ ਉਹ ਵਿਅਕਤੀ ਹੁੰਦਾ ਹੈ ਜਿਸ ਦੇ ਪੈਰ ਧਰਤੀ ਉੱਤੇ ਹੋਣ, ਜਿਸ ਦਾ ਸਿਰ ਤਾਰਿਆਂ ਵਿੱਚ ਹੋਵੇ, ਜਿਹੜਾ ਚੰਦਰਮਾ ਵਾਂਗ ਇਕੱਲਾ ਵਿਚਰ ਸਕੇ, ਸੂਰਜ ਵਾਂਗ ਮੱਘ ਸਕੇ, ਸਮੁੰਦਰ ਵਾਂਗ ਧੜਕ ਸਕੇ, ਜੰਗਲ ਦੀ ਅੱਗ ਵਾਂਗ ਆਪਣਾ ਰਾਹ ਆਪ ਬਣਾ ਸਕੇ। ਕਵੀ ਜਿਸ ਚੀਜ਼ ਦੀ ਕਲਪਨਾ ਕਰਦੇ ਹਨ, ਫਿਲਾਸਫਰ ਅਤੇ ਵਿਗਿਆਨੀ ਉਸ ਨੂੰ ਸੱਚ ਕਰ ਵਿਖਾਉਂਦੇ ਹਨ। ਪਿਆਰ ਕਰਨਾ ਸਿੱਖਣਾ ਹੈ ਤਾਂ ਕਿਸੇ ਕਵੀ ਤੋਂ ਸਿੱਖੋ। ਮਹਿਸੂਸ ਕਰਨ ਦੀ ਜਾਚ ਸਿੱਖਣੀ ਹੈ ਤਾਂ ਕਿਸੇ ਕਵੀ ਨੂੰ ਪੜ੍ਹੋ। ਮਹਾਨਤਾ ਅਤੇ ਉਤਮਤਾ ਦੇ ਦਰਸ਼ਨ ਕਰਨੇ ਹਨ ਤਾਂ ਕਿਸੇ ਮਹਾਨ ਕਵੀ ਦੀ ਕਲਪਨਾ ਨਾਲ ਉੱਡ ਕੇ ਵੇਖੋ। ਹਰ ਕੋਈ ਕਵੀ ਬਣਨਾ ਚਾਹੁੰਦਾ ਹੈ, ਪਰ ਕਿਉਂਕਿ ਬਣ ਨਹੀਂ ਸਕਦਾ, ਸੋ ਕੋਈ ਫਿਲਾਸਫਰ ਬਣ ਜਾਂਦਾ ਹੈ, ਕੋਈ ਵਿਗਿਆਨੀ। ਸਰਬੱਤ ਦੇ ਭਲੇ ਦਾ ਸੰਦੇਸ਼ ਕਿਸੇ ਕਵੀ ਦੀ ਕਵਿਤਾ ਵਿੱਚ ਹੀ ਸੰਭਵ ਹੁੰਦਾ ਹੈ। ਮਹਾਨ ਕਵੀ ਬਣ ਹੀ ਹੋ ਸਕਦਾ ਹੈ ਜਿਹੜਾ ਮਹਾਨ ਦਾਰਸ਼ਨਿਕ ਹੋਵੇ। ਅਸੀਂ ਸਾਰੇ ਪ੍ਰਸੰਨ ਅਤੇ ਦੁਖਦਾਈ ਘੜੀਆਂ ਵਿੱਚ ਇਸ ਸੰਸਾਰ ਨੂੰ ਕਿਸੇ ਨਾ ਕਿਸੇ ਕਵੀ ਦੀਆਂ ਨਜ਼ਰਾਂ ਨਾਲ ਹੀ ਵੇਖਦੇ ਹਾਂ। ਸਾਡੀਆਂ ਅਸਲ ਪ੍ਰਾਪਤੀਆਂ ਦੀ ਪੱਧਰ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਅਸੀਂ ਕਵਿਤਾ ਨੂੰ ਕਿਤਨਾ ਕੁ ਮਾਣਿਆ ਹੈ। ਜਿਹੜਾ ਬੰਦਾ ਤੁਹਾਨੂੰ ਚੰਗਾ ਲੱਗਦਾ ਹੈ, ਉਸ ਨੂੰ ਪੁੱਛ ਕੇ ਦੇਖਣਾ ਉਸ ਨੂੰ ਕਿਸ ਕਵੀ ਨੇ ਪ੍ਰਭਾਵਿਤ ਕੀਤਾ। ਜਦੋਂ ਲੋਕਾਂ ਦਾ ਕਵਿਤਾ ਨਾਲੋਂ ਨਾਤਾ ਟੁੱਟ ਜਾਵੇਗਾ ਤਾਂ ਉਹ ਹੋਰ ਭਾਵੇਂ ਕੁਝ ਬਣ ਜਾਣ, ਇਨਸਾਨ ਨਹੀਂ ਬਣ ਸਕਣਗੇ। ਸਿਕੰਦਰ ਦੇ ਸਵਾਲ ਦਾ ਪੋਰਸ ਨੇ ਜਿਹੜਾ ਜਵਾਬ ਦਿੱਤਾ ਸੀ, ਉਹ ਇੱਕ ਵਾਕ ਨਹੀਂ ਸੀ, ਇੱਕ ਵਾਕ ਵਾਲੀ ਕਵਿਤਾ ਸੀ। ਜੇ ਗੁਰੂ ਗੋਬਿੰਦ ਸਿੰਘ ਦੇ ਇੱਕ ਹੱਥ ਵਿੱਚ ਤਲਵਾਰ ਸੀ ਤਾਂ ਦੂਜੇ ਹੱਥ ਵਿੱਚ ਕਵੀ ਵਾਲੀ ਕਲਮ ਵੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਜਿਹੜਾ ਜ਼ਫਰਨਾਮਾ ਲਿਖਿਆ ਸੀ, ਉਸ ਵਿੱਚ ਤਲਵਾਰ ਨੂੰ ਕਲਮ ਵਾਂਗ ਵਰਤਿਆ ਗਿਆ ਸੀ। ਸਿੱਖ ਗੁਰੂਆਂ ਦੇ ਹਰਮਨ ਪਿਆਰਾ ਹੋਣ ਦਾ ਇੱਕ ਕਾਰਨ ਇਹ ਹੈ ਕਿ ਉਹ ਸਾਰੇ ਨਿਪੁੰਨ ਅਤੇ ਮਹਾਨ ਕਵੀ ਸਨ। ਇੱਕ ਮਹਾਨ ਕਵੀ ਬਣਨ ਲਈ ਅੰਤਾਂ ਦੀ ਵਫਾ, ਭਰਪੂਰ ਮਿਹਨਤ ਅਤੇ ਦ੍ਰਿਸ਼ਟੀ ਦੀ ਵਿਸ਼ਾਲਤਾ ਦੀ ਲੋੜ ਹੁੰਦੀ ਹੈ। ਇਹਨਾਂ ਦੀ ਘਾਟ ਕਾਰਨ ਹੀ ਅਜੋਕਾ ਮਨੁੱਖ ਦਿਨੋਂ ਦਿਨ ਸੁੰਗੜਦਾ ਜਾ ਰਿਹਾ ਹੈ। ਜਿਹੜਾ ਸੁੱਖ ਕਵਿਤਾ ਵਿੱਚੋਂ ਮਿਲਦਾ ਹੈ, ਉਹ ਪੈਸੇ ਨਾਲ ਖਰੀਦੀਆਂ ਜਾਣ ਵਾਲੀਆਂ ਵਸਤਾਂ ਵਿੱਚੋਂ ਲੱਭਿਆ ਜਾ ਰਿਹਾ ਹੈ। ਕਵਿਤਾ ਨਾਲੋਂ ਟੁੱਟਣ ਕਾਰਨ ਹੀ ਅਜੋਕਾ ਮਨੁੱਖ ਭਟਕ ਰਿਹਾ ਹੈ। ਸਾਡੇ ਗੀਤ ਗਵਾਚ ਗਏ ਹਨ। ਕਵੀ ਮਨੁੱਖ ਦੀ ਆਤਮਾ ਨੂੰ ਚਿਤਰਨ ਵਾਲੇ ਕਲਾਕਾਰ ਹੁੰਦੇ ਹਨ। ਜੇ ਅਦਾਲਤਾਂ ਵਿੱਚ ਕਵੀ ਬਿਠਾ ਦਿੱਤੇ ਜਾਣ ਤਾਂ ਲੋਕ ਝਗੜੇ ਕਰਨੋਂ ਹਟ ਜਾਣਗੇ। ਕਹਿੰਦੇ ਹਨ, ਕਵਿਤਾ ਨਾਲ ਸ਼ੁਰੂ ਕੀਤਾ ਦਿਨ ਬੜੇ ਆਨੰਦ ਵਿੱਚ ਬੀਤਦਾ ਹੈ। ਚੰਗਾ ਇਨਸਾਨ ਬਣੇ ਬਿਨਾਂ ਚੰਗਾ ਕਵੀ ਬਣਨਾ ਸੰਭਵ ਨਹੀਂ ਹੁੰਦਾ। ਕਵਿਤਾ ਪੜ੍ਹਨਾ ਕਿਸੇ ਦੀ ਮਜਬੂਰੀ ਨਹੀਂ ਹੁੰਦੀ, ਪਰ ਜਿਸ ਦਾ ਇਹ ਸ਼ੌਂਕ ਹੋਵੇ ਉਹ ਰੂਹ ਤੱਕ ਰੱਜ ਜਾਂਦਾ ਹੈ। ਕਵਿਤਾ ਸਾਡੇ ਸਾਰੇ ਤਣਾਅ
ਦੂਰ ਕਰ ਦਿੰਦੀ ਹੈ। ਕਹਿੰਦੇ ਹਨ, ਸਭ ਤੋਂ ਚੰਗੀ ਨੀਂਦਰ ਕਵਿਤਾ ਪੜ੍ਹਦਿਆਂ ਆਉਂਦੀ ਹੈ। ਕਵੀਆਂ ਵਰਗਾ ਇਨਸਾਫ ਪਸੰਦ ਅਤੇ ਦਇਆਵਾਨ ਵਿਅਕਤੀ ਦੁਨੀਆ ਵਿੱਚ ਮਿਲਣਾ ਸੰਭਵ ਨਹੀਂ ਹੁੰਦਾ। ਇੱਕ ਸੱਚੇ ਕਵੀ ਦੇ ਵਿਚਾਰ ਉੱਚੇ ਹੁੰਦੇ ਹਨ, ਉਸ ਦਾ ਗਿਆਨ ਡੂੰਘਾ ਹੁੰਦਾ ਹੈ, ਉਸ ਦਾ ਜੀਵਨ ਸਾਦਾ ਅਤੇ ਨਿਰਮਲ ਹੁੰਦਾ ਹੈ, ਉਸ ਦਾ ਸਰੀਰ ਸੋਹਣਾ ਹੁੰਦਾ ਹੈ। ਮਹਾਨ ਕਵੀ ਰਾਤੋਂ ਰਾਤ ਪੈਦਾ ਨਹੀਂ ਹੁੰਦੇ, ਇਹ ਤਾਂ ਉਮਰਾਂ ਦੀ ਨੇਕ ਕਮਾਈ ਦਾ ਸਿੱਟਾ ਹੁੰਦੇ ਹਨ। ਕਵੀ ਚੁੱਪ ਚਪੀਤੇ ਵਿਅਕਤੀ ਹੁੰਦੇ ਹਨ, ਪਰ ਉਹਨਾਂ ਦੇ ਬੋਲਾਂ ਦੀ ਗੂੰਜ ਸਦੀਆਂ ਤੱਕ ਆਉਂਦੀ ਰਹਿੰਦੀ ਹੈ, ਸੁਣਦੀ ਰਹਿੰਦੀ ਹੈ। ਕਹਿੰਦੇ ਹਨ, ਜਿਹੜਾ ਇਕਾਂਤ ਵਿੱਚ ਨਹੀਂ ਵਿਚਰ ਸਕਦਾ, ਉਹ ਹੋਰ ਭਾਵੇਂ ਕੁਝ ਬਣ ਜਾਵੇ, ਉਹ ਕਵੀ ਨਹੀਂ ਬਣ ਸਕਦਾ। ਹਰ ਕਵੀ ਦੇ ਮਨ ਉੱਤੇ ਉਸ ਦੀ ਮਾਂ ਦੇ ਚਰਿੱਤਰ ਅਤੇ ਸ਼ਖਸੀਅਤ ਦੀ ਛਾਪ ਡੂੰਘੀ ਅਤੇ ਗੂੜ੍ਹੀ ਹੁੰਦੀ ਹੈ। ਕਿਸੇ ਕਵੀ ਦੀ ਪਤਨੀ ਬਣਨ ਦੀ ਗਲਤੀ ਨਾ ਕਰਨਾ। ਕਵੀਆਂ ਦੀ ਪ੍ਰੇਰਨਾ ਪਤਨੀਆਂ ਨਹੀਂ, ਪ੍ਰੇਮਿਕਾਵਾਂ ਹੁੰਦੀਆਂ ਹਨ। ਇਹੀ ਕਾਰਨ ਹੈ ਕਵੀ ਚੰਗੇ ਪ੍ਰੇਮੀ ਪਰ ਅਸਫਲ ਪਤੀ ਹੁੰਦੇ ਹਨ। ਕਵੀਆਂ ਦੀਆਂ ਕਵਿਤਾਵਾਂ ਵਿੱਚੋਂ ਉਹਨਾਂ ਦੇ ਸਮਕਾਲੀ ਯੁੱਗ, ਸਮਾਜ ਅਤੇ ਸੱਭਿਆਚਾਰ ਨੂੰ ਦੇਖਿਆ ਜਾ ਸਕਦਾ ਹੈ। ਹਰ ਨਵੀਂ ਪੀੜ੍ਹੀ ਦੇ ਅਨੁਭਵ ਨੂੰ ਪੇਸ਼ ਕਰਨ ਲਈ ਨਵੇਂ ਕਵੀ ਦੀ ਲੋੜ ਹੁੰਦੀ ਹੈ। ਕਵੀ ਆਪਣੀਆਂ ਕਵਿਤਾਵਾਂ ਵਿੱਚ ਜ਼ਬਾਨ ਦੇ ਖਜ਼ਾਨੇ ਭਰ ਦਿੰਦਾ ਹੈ। ਬਹੁਤੇ ਕਵੀ ਮੈਂ ਤੋਂ ਅੱਗੇ ਨਹੀਂ ਚੱਲਦੇ। ਅਜਿਹੇ ਕਵੀਆਂ ਦੀ ਰਚਨਾ ਵਿੱਚ ਕਵਿਤਾ ਘੱਟ ਅਤੇ ਸ਼ੋਰ ਵੱਧ ਹੁੰਦਾ ਹੈ। ਜਿਵੇਂ ਆਪਣੇ ਦੋਸਤਾਂ ਦੀ ਚੋਣ ਅਸੀਂ ਆਪ ਕਰਦੇ ਹਾਂ, ਉਵੇਂ ਹੀ ਕਵੀ ਸਾਡੀ ਆਪਣੀ ਪਸੰਦ ਹੁੰਦੇ ਹਨ। ਕਵਿਤਾ ਦਾ ਉਦੇਸ਼ ਮਨੁੱਖੀ ਆਤਮਾ ਨੂੰ ਬਚਾਉਣਾ ਹੀ ਨਹੀਂ ਹੁੰਦਾ, ਮਨੁੱਖੀ ਆਤਮਾ ਦੇ ਮਹੱਤਵ ਨੂੰ ਉਜਾਗਰ ਕਰਨਾ ਵੀ ਹੁੰਦਾ ਹੈ। ਮਹਾਨ ਕਵੀ ਨੂੰ ਸਮਝਣਾ ਵੀ ਮਹਾਨ ਬਣਨ ਦਾ ਅਮਲ ਹੁੰਦਾ ਹੈ। ਮਹਾਨ ਕਵਿਤਾ ਉਹ ਹੁੰਦੀ ਹੈ ਜੋ ਮਨੁੱਖ ਨੂੰ ਹੋਰ ਚੰਗੇਰਾ ਮਨੁੱਖ ਬਣਨ ਲਈ ਪ੍ਰੇਰੇ। ਚੰਗਾ ਕਵੀ ਉਹ ਹੁੰਦਾ ਹੈ ਜਿਹੜਾ ਸਾਨੂੰ ਆਪਣੇ ਆਪ ਨਾਲ ਮੁਹੱਬਤ ਕਰਨੀ ਸਿਖਾਵੇ, ਜਿਸ ਦੀ ਕਵਿਤਾ ਦੀ ਛਾਂ ਵਿੱਚ ਸਾਨੂੰ ਆਪਣਾ ਆਪ ਚੰਗਾ ਲੱਗੇ, ਜਿਹੜਾ ਜ਼ਿੰਦਗੀ ਨਾਲ ਸਾਡੀ ਰਿਸ਼ਤੇਦਾਰੀ ਗੰਢੇ, ਜਿਹੜਾ ਸਾਡੇ ਬੁੱਲ੍ਹਾਂ ਉੱਤੇ ਕੋਈ ਗੀਤ ਵਸਾ ਦੇਵੇ, ਜਿਹੜਾ ਸਾਡਾ ਕਿਸੇ ਨਾਲ ਪਿਆਰ ਪਵਾ ਦੇਵੇ। ਰੱਬ ਦੇ ਸਭ ਤੋਂ ਵੱਡੇ ਆਲੋਚਕ ਕਵੀ ਹੁੰਦੇ ਹਨ। ਕਹਿੰਦੇ ਹਨ, ਕਵੀ ਪਾਗਲ ਹੁੰਦੇ ਹਨ, ਪਰ ਉਹਨਾਂ ਦੇ ਪਾਗਲਪਣ ਦੀ ਕਿਸਮ ਰੂਹਾਨੀ, ਉੱਚੀ, ਸੁੱਚੀ ਅਤੇ ਮਹਾਨ ਹੁੰਦੀ ਹੈ। ਸਫਲ ਪਾਗਲ ਨੂੰ ਕਵੀ ਕਹਿੰਦੇ ਹਨ। ਜਿਨ੍ਹਾਂ ਨੇ ਮੁਹੱਬਤ ਕੀਤੀ ਹੈ ਉਹ ਜਾਣਦੇ ਹਨ ਕਿ ਮੁਹੱਬਤ ਦਾ ਦਰਦ ਕੀ ਹੁੰਦਾ ਹੈ ਅਤੇ ਇਸ ਦਰਦ ਦਾ ਸਰੂਰ ਕੀ ਹੁੰਦਾ ਹੈ। ਮੁਹੱਬਤ ਵਾਲੀ ਹਾਲਤ ਵਿੱਚ ਹਰ ਵਿਅਕਤੀ ਇੱਕ ਕਵੀ ਵਾਂਗ ਵਿਚਰਦਾ ਹੈ। ਜਦੋਂ ਸ਼ਿੱਦਤ ਦਾ ਜਜ਼ਬਾ ਅਤੇ ਸਿਖਰ ਤੇ ਪਹੁੰਚੀ ਕਲਪਨਾ ਕਿੱਕਰੀ ਕਲੀਰ ਪਾਉਂਦੀਆਂ ਹਨ, ਤਾਂ ਹੀ ਮਹਾਨ ਕਵਿਤਾ ਦਾ ਜਨਮ ਹੁੰਦਾ ਹੈ। ਬਹੁਤੇ ਲੋਕ ਬਹੁਤ ਕੁਝ ਜਾਣਦੇ ਤਾਂ ਹੁੰਦੇ ਹਨ, ਪਰ ਮਹਿਸੂਸ ਨਹੀਂ ਕਰਦੇ। ਕਵਿਤਾ ਸਾਨੂੰ ਮਹਿਸੂਸ ਕਰਨਾ ਸਿਖਾਉਂਦੀ ਹੈ। ਕਵੀ ਨੂੰ ਕਦੀ ਉਦਾਸ ਨਾ ਸਮਝੋ। ਮੌਕਾ ਲੱਗਣ ਉੱਤੇ ਉਸ ਨੇ ਆਪਣੀ ਸਾਰੀ ਮਾਯੂਸੀ, ਵੇਦਨਾ, ਦਰਦ, ਦੁੱਖ ਅਤੇ ਉਦਾਸੀ ਕਵਿਤਾ ਦੀ ਭੇਂਟ ਕਰ ਦੇਣੀ ਹੈ ਅਤੇ ਆਪ ਆਜ਼ਾਦ ਪੰਛੀ ਵਾਂਗ ਵਿਚਰਨਾ ਹੈ। ਕਹਿੰਦੇ ਹਨ ਕਿ ਹਰ ਦੁੱਖ ਬਰਦਾਸ਼ਤ ਕਰਨ ਯੋਗ ਹੁੰਦਾ ਹੈ ਜੇ ਉਸ ਨੂੰ ਕਵਿਤਾ ਵਿੱਚ ਪੇਸ਼ ਕੀਤਾ ਜਾ ਸਕੇ। ਆਪਣੇ ਮਨਪਸੰਦ ਕਵੀ ਨੂੰ ਮਿਲਣ ਦਾ ਯਤਨ ਨਹੀਂ ਕਰਨਾ ਚਾਹੀਦਾ, ਕਿਉਂਕਿ ਕਵੀ ਕਵਿਤਾ ਸਿਰਜਣ ਦੇ ਛਿਣਾਂ ਵਿੱਚ ਹੀ ਕਵੀ ਹੁੰਦਾ ਹੈ। ਉਸ ਤੋਂ ਪਹਿਲਾਂ ਅਤੇ ਪਿੱਛੋਂ ਉਹ ਅਤੀ ਸਧਾਰਨ ਵਿਅਕਤੀ ਵਾਂਗ ਵਿਚਰਦਾ ਹੈ। ਰਸੂਲ ਹਮਜ਼ਾ ਤੋਬ ਅਨੁਸਾਰ ਕਵੀਆਂ ਨੂੰ ਆਲੋਚਕਾਂ ਤੋਂ ਨਹੀਂ ਡਰਨਾ ਚਾਹੀਦਾ, ਕਿਉਂਕਿ ਕਵੀਆਂ ਦੀਆਂ ਯਾਦਗਾਰਾਂ ਤਾਂ ਬਣੀਆਂ ਹਨ, ਪਰ ਕਿਸੇ ਆਲੋਚਕ ਦੀ ਯਾਦਗਾਰ ਅਜੇ ਤੱਕ ਨਹੀਂ ਬਣੀ। ਪਿੱਛੇ ਆਉਂਦੇ ਭੌਂਕਦੇ ਕੁੱਤਿਆਂ ਤੋਂ ਡਰਦੇ ਇੱਕ ਵਿਅਕਤੀ ਤੋਂ ਰਸੂਲ ਨੇ ਪੁੱਛਿਆ, ਤੂੰ ਕੀ ਕੰਮ ਕਰਦਾ ਹੈ? ਉੱਤਰ ਮਿਲਿਆ, ਮੈਂ ਕਵੀ ਹਾਂ। ਰਸੂਲ ਨੇ ਕਿਹਾ, ਜੇ ਕਵਿਤਾ ਲਿਖਣੀ ਹੈ ਤਾਂ ਫਿਰ ਕੁੱਤਿਆਂ ਤੋਂ ਨਾ ਡਰਿਆ ਕਰ। ਕਵੀ ਪੂਰੇ ਜੋਬਨ ਵਿੱਚ ਕਵੀਆਂ ਦੀ ਸੰਗਤ ਵਿੱਚ ਹੀ ਖਿੜਦੇ ਹਨ। ਇਹ ਵੀ ਸੱਚ ਹੈ ਕਿ ਕਵੀ ਨੂੰ ਦੂਜੇ ਕਵੀਆਂ ਨਾਲ ਈਰਖਾ ਹੁੰਦੀ ਹੈ। ਚੰਗੀ ਕਵਿਤਾ ਆਮ ਕਰਕੇ ਕਵੀ ਦੀ ਉਮਰ ਦੇ 30ਵੇਂ ਵਰ੍ਹੇ ਤੋਂ ਪਹਿਲਾਂ ਲਿਖੀ ਜਾ ਚੁੱਕੀ ਹੁੰਦੀ ਹੈ। ਕੋਈ ਕਵੀ ਆਪਣੀ ਭਾਸ਼ਾ ਤੋਂ ਇਲਾਵਾ ਕਿਸੇ ਦੂਜੀ ਭਾਸ਼ਾ ਵਿੱਚ ਹਰਮਨ ਪਿਆਰਾ ਨਹੀਂ ਹੋਇਆ। ਇਸੇ ਕਰਕੇ ਕਹਿੰਦੇ ਹਨ ਕਿ ਜੋ ਸੁੱਖ ਅਤੇ ਰਸ ਆਪਣੀ ਬੋਲੀ ਦੀ ਕਵਿਤਾ ਵਿੱਚੋਂ ਮਿਲਦਾ ਹੈ, ਉਹ ਕਿਸੇ ਹੋਰ ਭਾਸ਼ਾ ਦੀ ਕਵਿਤਾ ਵਿੱਚੋਂ ਨਹੀਂ ਮਿਲਦਾ। ਇੱਕ ਚੰਗਾ ਕਵੀ ਉਤਸ਼ਾਹ ਦੇ ਬੀਜ ਬੀਜਦਾ ਹੈ। ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਰੌਸ਼ਨ ਭਵਿੱਖ ਦੇ ਸੁਪਨੇ ਲਟਕਾਉਂਦਾ ਹੈ। ਮਹਾਨ ਕਵੀ ਕਈ ਵਾਰੀ ਕਿਸੇ ਮਹਾਨ ਜਜ਼ਬੇ ਦੀ ਪਕੜ ਵਿੱਚ ਅਜਿਹੀ ਗੱਲ ਕਹਿ ਜਾਂਦੇ ਹਨ ਜਿਸ ਦੀ ਉਹਨਾਂ ਨੂੰ ਆਪ ਵੀ ਸਮਝ ਨਹੀਂ ਹੁੰਦੀ,
ਪਰ ਜਿਹੜੀ ਇਤਿਹਾਸ ਬਦਲ ਦਿੰਦੀ ਹੈ। ਕਵੀ ਦੀ ਕਲਪਨਾ ਯਥਾਰਥ ਦੇ ਮੁਹਾਨ ਮੋੜ ਦਿੰਦੀ ਹੈ। ਜਦੋਂ ਕਵੀ ਗੁਲਾਮ ਕੌਮ ਵਿੱਚ ਆਜ਼ਾਦੀ ਦਾ ਸੁਪਨਾ ਜਗਾ ਦੇਣ ਤਾਂ ਉਸ ਸੰਕਲਪ ਨੂੰ ਕੁਚਲਣ ਲਈ ਫੌਜਾਂ ਭੇਜਣੀਆਂ ਵਿਅਰਥ ਹੁੰਦੀਆਂ ਹਨ। ਕੋਈ ਸੰਘਰਸ਼ ਕਵੀਆਂ ਦੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ। ਕਿਸੇ ਅੰਦੋਲਨ ਵਿੱਚ ਜਦੋਂ ਕਵੀ ਗੋਲੀਆਂ ਦਾ ਸ਼ਿਕਾਰ ਬਣਾਏ ਜਾਣ ਲੱਗ ਪੈਣ ਤਾਂ ਸਮਝੋ ਉਹ ਸੰਘਰਸ਼ ਕੁਰਾਹੇ ਪੈ ਗਿਆ ਹੈ। ਆਜ਼ਾਦੀ ਦੀ ਜੰਗ ਸਰੀਰ ਅਤੇ ਦਿਮਾਗ ਨਾਲ ਨਹੀਂ, ਦਿਲ ਨਾਲ ਵੀ ਲੜੀ ਜਾਂਦੀ ਹੈ। ਅਸੀਂ ਪਿਆਰ ਕਿਹੋ ਜਿਹਾ ਕਰਾਂਗੇ, ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਸਾਡੇ ਕਵੀਆਂ ਨੇ ਕਿਹੋ ਜਿਹਾ ਪਿਆਰ ਗਾਇਆ ਹੈ। ਪੈਨਸ਼ਨਾਂ ਮੰਗਣ ਵਾਲੇ ਕਵੀ ਕਵਿਤਾ ਨਹੀਂ ਲਿਖਣਗੇ, ਸਿਹਰੇ ਭਾਵੇਂ ਲਿਖ ਦੇਣ। ਉਹ ਕਵੀ ਕੀ ਹੈ ਜਿਹੜਾ ਆਜ਼ਾਦ ਨਹੀਂ ਰਹਿ ਸਕਦਾ। ਗਰੀਬਾਂ ਦਾ ਕਵੀ ਨਿਆਸਰਿਆਂ ਦਾ ਆਸਰਾ ਬਣਦਾ ਹੈ। ਉਹ ਨਿਓਟਿਆਂ ਦੀ ਓਟ ਹੋ ਨਿਬੜਦਾ ਹੈ। ਉਹ ਗਵਾਚਿਆਂ ਦਾ ਤੰਬੂ ਹੁੰਦਾ ਹੈ। ਕਵਿਤਾ ਪੁਰਾਣੀ ਤੋਂ ਪੁਰਾਣੀ ਅਤੇ ਵਿਗਿਆਨ ਨਵੇਂ ਤੋਂ ਨਵਾਂ ਚੰਗਾ ਹੁੰਦਾ ਹੈ। ਕਹਿੰਦੇ ਹਨ ਕਵੀ ਗਰੀਬ ਹੁੰਦੇ ਹਨ, ਇਸੇ ਲਈ ਉਹ ਸ਼ਬਦਾਂ ਨੂੰ ਸਾਂਭ ਵਰਤਦੇ ਹਨ ਅਤੇ ਜ਼ਬਾਨ ਨੂੰ ਅਮੀਰ ਕਰ ਦਿੰਦੇ ਹਨ। ਕਵੀ ਕਵਿਤਾ ਲਿਖਣ ਕਰਕੇ ਗਰੀਬ ਨਹੀਂ ਹੁੰਦੇ, ਉਹ ਗਰੀਬ ਹੋਣ ਕਰਕੇ ਕਵਿਤਾ ਲਿਖਦੇ ਹਨ। ਜੇ ਉਹ ਅਮੀਰ ਹੁੰਦੇ ਤਾਂ ਉਹਨਾਂ ਕਵਿਤਾ ਲਿਖ ਹੀ ਨਹੀਂ ਸੀ ਸਕਣੀ। ਦਿੱਲੀ ਦੀ ਹਵਾ ਵਿੱਚ ਗਾਲਿਬ ਘੁਲਿਆ ਹੋਇਆ ਹੈ। ਜਿਸ ਯੂਨਾਨ ਦੀਆਂ ਗਲੀਆਂ ਵਿੱਚ ਹੋਮਰ ਮੰਗਤਿਆਂ ਵਾਂਗ ਵਿਚਰਿਆ, ਉਸੇ ਯੂਨਾਨ ਵਿੱਚ ਅੱਜ 7 ਸ਼ਹਿਰ ਹੋਮਰ ਦੇ ਨਾਂ ਤੇ ਵਸੇ ਹੋਏ ਹਨ। ਆਪਣਾ ਆਪ ਸੰਭਾਲੀ ਰੱਖਣਾ ਅਤੇ ਕਵਿਤਾ ਲਿਖਣੀ ਸੰਭਵ ਨਹੀਂ ਹੁੰਦੀ। ਇਸੇ ਕਰਕੇ ਮਹਾਨ ਅਤੇ ਤੇਜਸਵੀ ਕਵੀ ਦਰਵੇਸ਼ਾਂ ਵਾਂਗ ਸਭ ਕੁਝ ਖੁੱਲ੍ਹੇ ਬੋਲਾਂ ਨਾਲ ਲੁਟਾ ਦਿੰਦੇ ਹਨ। ਕਵਿਤਾ ਸਵਰਗ ਵਿੱਚ ਮੁੜ ਆਉਣ ਦਾ ਸੱਦਾ ਹੁੰਦੀ ਹੈ। ਜਦੋਂ ਤੱਕ ਇਨਕਲਾਬੀ ਕਵਿਤਾ ਪੈਦਾ ਨਹੀਂ ਹੁੰਦੀ, ਭਾਰਤ ਵਿੱਚ ਇਨਕਲਾਬ ਦੀ ਆਸ ਕਰਨੀ ਵਿਅਰਥ ਹੈ। ਅਸੀਂ ਆਪਣੀਆਂ ਮੁਸ਼ਕਲਾਂ ਇਸ ਕਰਕੇ ਖਿੜੇ ਮੱਥੇ ਬਰਦਾਸ਼ਤ ਨਹੀਂ ਕਰ ਸਕਦੇ ਕਿਉਂਕਿ ਸਾਡੇ ਕੋਲ ਨਵੀਂ ਕਵਿਤਾ ਦੀ ਅਮੀਰੀ ਨਹੀਂ ਹੈ। ਕਹਿੰਦੇ ਹਨ ਕੁਝ ਲਿਖ ਜਾਵੋ ਜੋ ਆਉਣ ਵਾਲੀਆਂ ਪੀੜ੍ਹੀਆਂ ਪੜ੍ਹਨ, ਜਾਂ ਕੁਝ ਉਹ ਕਰ ਜਾਵੋ ਜਿਸ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਲਿਖਣ। ਜਿਨ੍ਹਾਂ ਵਿੱਚ ਆਤਮਾ ਹੁੰਦੀ ਹੈ ਉਹ ਕਵਿਤਾ ਵਿੱਚ ਪਰਮਾਤਮਾ ਦੇ ਸਹਿਜੇ ਹੀ ਦਰਸ਼ਨ ਦੀਦਾਰ ਕਰ ਸਕਦੇ ਹਨ। ਦੁਨੀਆ ਦੇ ਹਰ ਮੁਲਕ ਅਤੇ ਹਰ ਧਰਮ ਵਿੱਚ ਪੂਜਾ ਅਤੇ ਅਰਦਾਸ ਕਵਿਤਾ ਵਿੱਚ ਹੀ ਕੀਤੀ ਜਾਂਦੀ ਹੈ। ਸੁੰਦਰਤਾ ਉਹ ਹੈ ਜਿਹੜੀ ਸਾਡੀ ਅੰਦਰਲੀ ਕਵਿਤਾ ਨੂੰ ਜਗਾਵੇ। ਕਿਹਾ ਜਾਂਦਾ ਹੈ ਕਿ ਕਵਿਤਾ ਲੈਅ ਵਿੱਚ ਢਲੀ ਹੋਈ ਸੁੰਦਰਤਾ ਹੁੰਦੀ ਹੈ। ਕਵਿਤਾ ਦਾ ਜੀਵਨ ਨਾਲ ਸੰਬੰਧ ਉਹੋ ਜਿਹਾ ਹੁੰਦਾ ਹੈ ਜਿਹੋ ਜਿਹਾ ਐਤਵਾਰ ਦਾ ਬਾਕੀ ਦਿਨਾਂ ਨਾਲ ਹੁੰਦਾ ਹੈ। ਸੰਸਾਰ ਉਵੇਂ ਨਹੀਂ ਹੈ ਜਿਵੇਂ ਮਨੁੱਖ ਉਸ ਨੂੰ ਵੇਖਣਾ ਹੰਢਾਉਣਾ ਚਾਹੁੰਦਾ ਹੈ। ਕਵਿਤਾ ਇਸ ਅਸੰਤੁਲਨ ਨੂੰ ਦੂਰ ਕਰਦੀ ਹੈ। ਦੁਨੀਆ ਵਿੱਚ ਦੁੱਖ ਵੱਧ ਰਹੇ ਹਨ ਪਰ ਉਹਨਾਂ ਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਦੇਣ ਵਾਲੀ ਕਵਿਤਾ ਪੈਦਾ ਨਹੀਂ ਹੋ ਰਹੀ। ਕਵੀਆਂ ਦੀ ਥਾਂ ਕਾਵਾਂ ਦੀ ਗਿਣਤੀ ਵੱਧ ਰਹੀ ਹੈ। ਬਹੁਤੀਆਂ ਕਵਿਤਾਵਾਂ ਹੁਣ ਕਾਂ ਲਿਖ ਰਹੇ ਹਨ। ਇਹਨਾਂ ਦੀ ਕਵਿਤਾ ਵਿੱਚ 1-2 ਲਾਈਨਾਂ ਹੀ ਕਵਿਤਾ ਹੁੰਦੀ ਹੈ, ਬਾਕੀ ਪਲੇਥਣ ਹੁੰਦਾ ਹੈ। ਮਹਾਨ ਕਵੀ ਉਹ ਹੁੰਦਾ ਹੈ ਜਿਸ ਦੀ ਕਵਿਤਾ ਦੀ ਹਰ ਲਾਈਨ ਆਪਣੇ ਆਪ ਵਿੱਚ ਇੱਕ ਕਵਿਤਾ ਹੋਵੇ। ਅਜਿਹੀ ਕਵਿਤਾ ਹੀ ਸਾਨੂੰ ਫੈਲਣ ਅਤੇ ਉੱਚੇ ਉੱਠਣ ਦਾ ਹੁਨਰ ਸਿਖਾਉਂਦੀ ਹੈ। ਕਵਿਤਾ ਨਾਲੋਂ ਨਾਤਾ ਟੁੱਟ ਜਾਣ ਕਾਰਨ ਹੀ ਅਜੋਕਾ ਮਨੁੱਖ ਖੁਸ਼ਹਾਲ ਹੋਣ ਦੀ ਥਾਂ ਭਾਵੁਕ ਪੱਖੋਂ ਦਿਨੋਂ ਦਿਨ ਗਰੀਬ ਹੁੰਦਾ ਜਾ ਰਿਹਾ ਹੈ। ਸਾਡੀ ਨਬਜ਼ ਤਾਂ ਚੱਲ ਰਹੀ ਹੈ ਪਰ ਅਸੀਂ ਮਰੇ ਪਏ ਹਾਂ। ਸਾਡੇ ਵਿੱਚ ਜੋਸ਼ ਤਾਂ ਹੈ ਪਰ ਉਤਸ਼ਾਹ ਨਹੀਂ ਹੈ। ਕਾਵਾਂ ਰੌਲੀ ਵਿੱਚ ਕਵਿਤਾ ਗਵਾਚ ਗਈ ਹੈ। ਆਓ ਅਸੀਂ ਰਲ ਕੇ ਵਾਰਿਸ ਸ਼ਾਹ ਨੂੰ ਲੱਭਣ ਚੱਲੀਏ, ਰੁੱਸੇ ਹੋਏ ਬੁੱਲੇ ਸ਼ਾਹ ਨੂੰ ਮਨਾ ਲਿਆਈਏ, ਨੰਦੇੜ ਵੱਲ ਤੁਰ ਗਏ ਪਿਆਰੇ ਗੁਰੂ ਗੋਬਿੰਦ ਸਿੰਘ ਨੂੰ ਮੋੜ ਲਿਆਈਏ ਅਤੇ ਉਹਨਾਂ ਨੂੰ ਦੱਸੀਏ ਕਿ ਸਾਡੇ ਵਿਹੜੇ ਦੀਆਂ ਰੌਣਕਾਂ ਰੁੱਸ ਗਈਆਂ ਹਨ। ਅਸੀਂ ਸੁੱਤੇ ਹੋਏ ਨਸੀਬਾਂ ਵਾਲੇ ਮੱਥੇ ਚੁੱਕੀ ਫਿਰਦੇ ਹਾਂ। ਸਾਡੇ ਗਲੇ ਵਿੱਚੋਂ ਹੁਣ ਗੀਤ ਨਹੀਂ ਹੌਕੇ ਨਿਕਲਦੇ ਹਨ। ਸਾਡੇ ਬੁੱਲਾਂ ਉੱਤੇ ਸਹਿਮ ਦੀਆਂ ਪੇਪੜੀਆਂ ਜੰਮ ਗਈਆਂ ਹਨ ਅਤੇ ਉਹਨਾਂ ਨੂੰ ਕਹੀਏ ਕਿ ਸਾਨੂੰ ਕਵਿਤਾ ਦੇ ਕੁਝ ਬੀਜ ਦਿਓ ਜਿਹੜੇ ਅਸੀਂ ਆਪਣੇ ਖੇਤਾਂ, ਵਿਹੜਿਆਂ ਅਤੇ ਕੁੱਖਾਂ ਵਿੱਚ ਬੀਜੀਏ ਅਤੇ ਜਿਉਣ ਜੋਗੇ ਬਣ ਜਾਈਏ। ਸੋ ਇਹਦੇ ਨਾਲ ਹੀ ਦੋਸਤੋ ਅੱਜ ਦਾ ਟੌਪਿਕ ਖਤਮ ਹੁੰਦਾ ਹੈ। ਫਿਰ ਮਿਲਦੇ ਹਾਂ ਅਗਲੇ ਟੌਪਿਕ ਦੇ ਨਾਲ।